ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਵਿਜੀਲੈਂਸ ਦੇ ਰਡਾਰ ਤੇ ਵਿਰੋਧੀ ਧਿਰਾਂ ਦੇ ਆਗੂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅੱਜ 3 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਸਰਕਾਰ ਲਗਾਤਾਰ ਆਪਣੀ 3 ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਲੈ ਕੇ ਜਾ ਰਹੀ ਹੈ, ਉਹਦਾ ਗੁਣਗਾਨ ਕਰ ਰਹੀ ਹੈ। ਪਰ ਗੱਲ ਕਰੀਏ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਤਾਂ ਦਿਖ ਰਹੀ ਹੈ ਪਰ ਵਿਰੋਧੀ ਧਿਰ ਜਿਹੜਾ ਹੈਗਾ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ। ਅਸੀਂ ਜਾਣਨਾ ਚਾਹਾਂਗੇ 3 ਮਹੀਨੇ ਜਿਹੜਾ ਸਰਕਾਰ ਨੂੰ ਬਣੇ ਨੂੰ ਹੋ ਚੁੱਕੇ ਨੇ ਤੇ ਇਸ ਦੌਰਾਨ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਲੋਕਤੰਤਰ ਹੈ, ਜਮਹੂਰੀਅਤ ਹੈ, ਕਿਸੇ ਵੀ ਮੁਲਕ ਦਾ, ਚਾਹੇ ਹਿੰਦੁਸਤਾਨ ਹੈ, ਚਾਹੇ ਕੋਈ ਬਾਹਰਲਾ, ਚਾਹੇ ਕੋਈ ਸਾਡਾ ਪੰਜਾਬ ਸੂਬਾ ਹੈ, ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜਿੰਨੀ ਵਿਰੋਧੀ ਧਿਰ ਕਮਜ਼ੋਰ ਹੋਊਗੀ ਓਨਾ ਹੀ ਸਰਕਾਰ ਦੇ ਵਿੱਚ ਘਮੰਡ ਹੋਊ, ਗਰੂਰ ਹੋਊ, ਹੰਕਾਰ ਹੋਊ, ਹਉਮੈ ਹੋਊਗੀ। ਉਸ ਹਉਮੈ ਦੇ ਵਿੱਚ, ਹੰਕਾਰ ਦੇ ਵਿੱਚ ਲੋਕ ਵਿਰੋਧੀ ਫੈਸਲੇ ਲਏ ਜਾਣਗੇ, ਲੋਕਾਂ ਦੀਆਂ ਭਾਵਨਾਵਾਂ ਨੂੰ ਟਿੱਚ ਜਾਣਿਆ ਜਾਊਗਾ ਅਤੇ ਜਿਹੜਾ ਹੈ ਸੱਤਾ ਦੇ ਨਸ਼ੇ ਦੇ ਵਿੱਚ ਜਿਹੜੇ ਆ ਹੁਕਮਰਾਨ ਜਿਹੜੇ ਨੇ ਉਹ ਹਮੇਸ਼ਾ ਜਿਹੜੇ ਅਜਿਹੇ ਫੈਸਲੇ ਲੈਣਗੇ ਜਿਹੜੇ ਕਿ ਲੋਕਾਂ ਨੂੰ ਚੁਭਣਗੇ, ਲੋਕਾਂ ਦੀਆਂ ਜ਼ਿੰਦਗੀਆਂ 'ਤੇ ਭਾਰੂ ਹੋਣਗੇ, ਲੋਕਾਂ ਲਈ ਮਾਰੂ ਸਾਬਤ ਹੋਣਗੇ। ਇਹਦੇ ਲਈ ਅਸੀਂ ਪਿਛਲੀਆਂ ਜੇ 2-3 ਉਦਾਹਰਨਾਂ ਲੈ ਲਈਏ। ਮਿਸਾਲ ਦੇ ਤੌਰ 'ਤੇ 2012 ਦੇ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਿਪੀਟ ਕਰ ਗਈ, ਦੁਬਾਰੇ ਬਣ ਗਈ, ਜਿਹੜੀ ਪੰਜਾਬ ਦੇ ਵਿੱਚ ਕਦੇ ਨਹੀਂ ਸੀ ਹੋਇਆ ਵੀ ਉਸੇ ਪਾਰਟੀ ਦੀ ਜਿਹੜੀ ਰੂਲ ਕਰਦੀ ਹੈ ਉਹ ਦੁਬਾਰੇ ਬਣ ਜਾਏ। ਤਾਂ ਉਸ ਵੇਲੇ ਦੇ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਨਾਅਰਾ ਲਾਇਆ ਵੀ ਅਸੀਂ ਤਾਂ ਜੀ 25 ਸਾਲ ਰਾਜ ਕਰਾਂਗੇ। ਉਹ ਵੈਸੇ ਉਸ ਤੋਂ ਪਹਿਲਾਂ ਵੀ ਕਹਿੰਦੇ ਸੀ, ਚਲੋ 5 ਸਾਲ 25 ਵਾਲੇ 'ਚ ਐਡ ਹੋ ਗਏ ਵੀ 20 ਹੋਰ ਕਰਾਂਗੇ ਜੀ। ਤਾਂ ਉਹਦੇ 'ਚ ਕੀ ਹੋਇਆ ਵੀ ਉਹ ਕਾਂਗਰਸ ਦੇ MLA, ਚਾਹੇ ਉਹ ਮੋਗੇ ਤੋਂ ਹੋਵੇ, ਚਾਹੇ ਤਲਵੰਡੀ ਸਾਬੋ ਤੋਂ ਹੋਵੇ, ਧੂਰੀ ਤੋਂ ਹੋਵੇ, ਨਾਲ ਰਲਾ ਕੇ ਆਪਦਾ ਕੁਨਬਾ ਵੱਡਾ ਕਰਨ ਲੱਗ ਗਏ ਵੀ ਅਸੀਂ ਜਿਹੜੇ ਹੈ MLA ਵਧਾ ਕੇ ਜਿਹੜੇ ਹੈ ਵਿਰੋਧੀ ਧਿਰ ਨੂੰ ਇੱਕ ਤਰ੍ਹਾਂ ਨਾਲ ਖਤਮ ਕਰ ਦਈਏ ਜੀ। ਕਾਂਗਰਸ ਨੂੰ ਉਹਨਾਂ ਨੇ ਇਹ ਸਮਝਿਆ ਵੀ ਖਤਮ ਹੈ ਅਤੇ ਹੁਣ ਮੈਦਾਨ ਸਾਰਾ ਸਾਫ਼ ਹੈ, ਸਾਡਾ ਹੀ ਰਾਜ ਹੈ। ਅਤੇ ਹੁਣ ਆਪ ਬੰਦੇ ਨੇ ਦੱਬ ਨਹੀਂ ਸੋਚਿਆ ਅਕਾਲੀ ਦਲ ਦੇ ਲੀਡਰ ਵੀ ਉਸ ਵੇਲੇ ਸਾਡੇ 'ਚ ਹੰਕਾਰ ਬਹੁਤ ਆ ਗਿਆ ਸੀ, ਘਮੰਡ ਬਹੁਤ ਆ ਗਿਆ ਸੀ। ਉਹ ਘਮੰਡ ਐਸਾ ਟੁੱਟਿਆ 2014 'ਚ ਲੋਕਾਂ ਨੇ ਐਸਾ ਝਟਕਾ ਦਿੱਤਾ। ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਉਭਾਰ ਹੋਇਆ, 4 ਸੀਟਾਂ ਜਿੱਤੀਆਂ। ਫਿਰ ਬੇਅਦਬੀ ਕਾਂਡ ਤੋਂ ਬਾਅਦ ਅਕਾਲੀ ਦਲ ਦੇ ਪੈਰ ਪੁੰਜੇ ਲੱਗਣ ਹੀ ਨਹੀਂ ਦਿੱਤੇ ਲੋਕਾਂ ਨੇ ਜੀ। ਜਿਹੜੀ ਕਾਂਗਰਸ ਨੂੰ ਅਕਾਲੀ ਦਲ ਸਮਝਦਾ ਸੀ ਖਤਮ ਹੈ, ਅਸੀਂ ਖਤਮ ਕਰਤੀ, ਉਸੇ ਕਾਂਗਰਸ ਨੇ 2017 'ਚ 77 ਸੀਟਾਂ ਜਿੱਤ ਕੇ ਸਰਕਾਰ ਬਣਾਈ ਜੀ। ਪਰ ਸਮੇਂ ਦੀ ਮਤਲਬ ਤਰਾਸਦੀ ਦੇਖੋ ਵੀ ਜਿਹੜੀ ਕਾਂਗਰਸ 10 ਸਾਲ ਸੱਤਾ ਤੋਂ ਬਾਹਰ ਰਹੀ, ਉਸੇ ਕਾਂਗਰਸ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਜੋ ਵਾਅਦੇ ਕੀਤੇ ਸੀ 2017 ਤੋਂ ਪਹਿਲਾਂ ਵੀ ਅਸੀਂ ਟਰਾਂਸਪੋਰਟ ਮਾਫੀਆ ਕਰਾਂਗੇ, ਅਸੀਂ 4 ਖਤਮ ਕਰਾਂਗੇ, ਅਸੀਂ 4 ਹਫ਼ਤਿਆਂ 'ਚ ਨਸ਼ਿਆਂ ਦਾ ਜਿਹੜਾ ਉਹ ਲੱਕ ਤੋੜ ਦਾਂਗੇ, ਖਤਮ ਕਰ ਦਾਂਗੇ, ਰੇਤ ਮਾਫੀਆ ਖਤਮ ਕਰਾਂਗੇ, ਕੇਬਲ ਮਾਫੀਆ ਖਤਮ ਕਰਾਂਗੇ, ਸ਼ਰਾਬ ਮਾਫੀਆ ਖਤਮ ਕਰਾਂਗੇ, ਕੁਛ ਨਹੀਂ ਕੀਤਾ। ਹਾਲਾਂਕਿ ਇਹ ਜਿਤਾਉਣ ਲੱਗੇ ਵੀ 2022 'ਚ ਵੀ ਸਾਡੀ ਸਰਕਾਰ ਬਣੂ। ਕੈਪਟਨ ਅਮਰਿੰਦਰ ਸਿੰਘ ਜਿੰਨਾ ਚਿਰ ਮੁੱਖ ਮੰਤਰੀ ਸੀ ਕਹਿੰਦੇ ਮੈਂ ਅਗਲਾ ਮੁੱਖ ਮੰਤਰੀ ਹਾਂ, ਚੰਨੀ ਆ ਗਿਆ ਕਹਿੰਦਾ ਮੈਂ ਅਗਲਾ ਮੁੱਖ ਮੰਤਰੀ ਹਾਂ, ਨਵਜੋਤ ਸਿੱਧੂ ਕਹਿੰਦਾ ਮੈਂ ਮੁੱਖ ਮੰਤਰੀ ਤੋਂ ਥੱਲੇ ਉਤਰਨਾ, ਸੁਨੀਲ ਜਾਖੜ ਕਹਿੰਦਾ ਮੈਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ। ਮਤਲਬ ਤੁਸੀਂ ਹਾਲਤ ਦੇਖੋ ਕਾਂਗਰਸ ਪਾਰਟੀ ਕਿਸ ਹੱਦ ਤੱਕ ਚਲੀ ਗਈ ਵੀ ਵਿਰੋਧੀ ਧਿਰ ਕੋਈ ਹੈ ਹੀ ਨਹੀਂ। ਤਾਂ ਝਟਕਾ ਐਸਾ ਮਿਲਿਆ, ਕਾਂਗਰਸੀਆਂ ਦਾ ਗਰੂਰ ਟੁੱਟਿਆ, ਹੰਕਾਰ ਟੁੱਟਿਆ, ਘਮੰਡ ਟੁੱਟਿਆ, ਲੋਕਾਂ ਨੇ ਐਸੀ ਸੱਟ ਮਾਰੀ, ਸੀਟਾਂ ਆਈਆਂ 18 ਅਤੇ ਆਮ ਆਦਮੀ ਪਾਰਟੀ ਨੂੰ 92। ਇਸ ਲਈ ਪਹਿਲਾਂ ਤਾਂ ਇਹ ਹੈ ਵੀ ਆਮ ਆਦਮੀ ਪਾਰਟੀ ਨੂੰ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਵੀ ਲੋਕ ਜੇ ਕੁਰਸੀ 'ਤੇ ਬਿਠਾਉਂਦੇ ਨੇ ਤਾਂ ਕੁਰਸੀ ਖੋਹਣਾ ਵੀ ਜਾਣਦੇ ਨੇ। ਉਵੇਂ ਜਿਵੇਂ ਪਟਕਾ ਕੇ ਮਾਰਦੇ ਨੇ, ਜਿਵੇਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਮਾਰਿਆ ਵੀ ਗੋਡਿਆਂ 'ਤੇ ਹੱਥ ਧਰ ਕੇ ਵੀ ਖੜ੍ਹੇ ਹੋਣ ਜੋਗੇ ਨਹੀਂ ਛੱਡੇ ਜੀ। ਹੁਣ ਕਾਂਗਰਸ ਦਾ ਇਹ ਫਰਜ਼ ਬਣਦਾ ਹੈ, ਦੇਖੋ ਮੁੱਖ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਹੈਗੀ ਹੈ, ਸਰਕਾਰ ਦੀ ਜਵਾਬਦੇਹੀ ਬਣਾਉਣੀ ਬਹੁਤ ਜ਼ਰੂਰੀ ਹੈ। ਬਿਨਾਂ ਸ਼ੱਕ ਜਿਹੜਾ ਹੈ ਵਿਜੀਲੈਂਸ ਉਹਨਾਂ ਦੇ ਬੰਦਿਆਂ ਨੂੰ ਫੜ ਅੰਦਰ ਦਿੰਦੀ ਹੈ ਕਿਉਂਕਿ ਉਹਨਾਂ ਨੇ ਕੋਈ ਚੰਗੇ ਕੰਮ ਨਹੀਂ ਕੀਤੇ 5 ਸਾਲਾਂ ਦੇ ਵਿੱਚ। ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਕਾਂਗਰਸ ਦੇ ਰਾਜ ਦੇ ਵਿੱਚ ਹੁੰਦੀਆਂ ਰਹੀਆਂ, ਕਾਂਗਰਸ ਦੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇਗੇ, ਕਈ ਘੁਟਾਲਿਆਂ ਦੀ ਪੈਟਰਨਾਈਜ਼ ਕਰਨ ਦੇ ਦੋਸ਼ ਲੱਗਦੇ ਰਹੇ ਨੇ, ਬਹੁਤ ਕੁਛ ਚੱਲਦਾ ਰਿਹਾ ਹੈਗਾ ਜੀ। ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ, ਜੇ ਕੁਛ ਗਲਤ ਕੀਤਾ ਤਾਂ ਉਹ ਭੁਗਤਣਾ ਵੀ ਪਊਗਾ, ਚਾਹੇ ਉਹ ਅਕਾਲੀ ਨੇ, ਚਾਹੇ ਕਾਂਗਰਸ ਨੇ, ਚਾਹੇ ਇਨ ਫਿਊਚਰ ਆਮ ਆਦਮੀ ਪਾਰਟੀ ਵਾਲੇ ਹੋਵੇ। ਜੇ ਗਲਤ ਕਰੂਗਾ ਤਾਂ ਭਰੂਗਾ। ਪਰ ਆਪਾਂ ਜਿਹੜੀ ਗੱਲ ਕਰਦੇ ਸੀ ਵਿਰੋਧੀ ਧਿਰ ਦੀ, ਹੁਣ ਮਿਸਾਲ ਦੇ ਤੌਰ 'ਤੇ ਅਸੀਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਹੈ। ਕਾਂਗਰਸ ਜਿਹੜੀ ਹੈ ਸਵਾ ਸੌ ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਹਿੰਦੁਸਤਾਨ ਦੀ। ਪੰਜਾਬ ਦੇ ਵਿੱਚ 1947 ਤੋਂ ਬਾਅਦ ਕਿੰਨੇ ਵਾਰੀ
ਜਿਹੜੀਆਂ ਨੇ ਪੰਜਾਬ ਦੇ ਵਿੱਚ ਸਰਕਾਰਾਂ ਬਣੀਆਂ। ਇੱਥੋਂ ਤੱਕ ਕਿ ਬਲੂ ਸਟਾਰ ਤੇ ਦਿੱਲੀ ਦੰਗਿਆਂ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਕਾਂਗਰਸ 3 ਵਾਰੀ ਰਾਜ ਕਰ ਗਈ। ਜੀ ਬਿਲਕੁਲ। ਇਸ ਲਈ ਕਾਂਗਰਸ ਖਤਮ ਨਹੀਂ ਸੀ ਹੋਈ ਪੰਜਾਬ 'ਚੋਂ। ਇਹਨਾਂ ਦੀਆਂ ਨੀਤੀਆਂ ਨੇ ਖਤਮ ਕਰਾਈ, ਇਹਨਾਂ ਦੇ ਲੋਕ ਵਿਰੋਧੀ ਫੈਸਲਿਆਂ ਨੇ ਖਤਮ ਕਰਾਈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੈ, ਕਿੱਥੇ ਪ੍ਰਕਾਸ਼ ਸਿੰਘ ਬਾਦਲ ਵਰਗਾ ਆਗੂ ਮੋਡਰੇਟ ਸਿੱਖ ਲੀਡਰ ਬਣ ਕੇ ਨਿਕਲਦਾ ਹੈ। ਇੱਕ ਮਿਨੋਰਟੀ ਨੂੰ, ਜਿਹੜੀ ਹਿੰਦੁਸਤਾਨ ਦੇ ਵਿੱਚ ਮਹੱਤਵਪੂਰਨ ਮਿਨੋਰਟੀ ਹੈ, ਘੱਟ ਗਿਣਤੀ ਹੈ ਸਿੱਖ, ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਜੀ। ਉਸ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਦਾ ਇਹ ਹਸ਼ਰ ਹੋਵੇ ਤਾਂ ਅਸੀਂ ਇਹ ਬੜੇ ਦੁੱਖ ਦਾ ਹੀ ਹੈ। ਪਰ ਹਾਲਾਂਕਿ ਉਹਨਾਂ ਕੋਲ 18% ਵੋਟ ਹੈ ਜੀ। ਉਹਨਾਂ ਨੂੰ ਅੱਜ ਵੀ ਜਿਹੜੀ ਹੈ ਉਹ 18% ਵੋਟ, ਜਦੋਂ 3 ਸੀਟਾਂ ਆਈਆਂ ਨੇ 18% ਵੋਟ ਉਹ ਲੈ ਕੇ ਗਏ ਨੇ। ਇਸ ਲਈ ਸਾਰੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ, ਉਹਨਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਲੋਕਤੰਤਰ ਦੇ ਵਿੱਚ। ਜਿਸ ਤਰ੍ਹਾਂ ਦੀ ਭੂਮਿਕਾ ਸਰਕਾਰਾਂ ਦੀ ਜਵਾਬਦੇਹੀ ਬਣਾਉਣ ਲਈ ਤੈਅ ਕਰਨ ਦੀ ਲੋੜ ਹੈਗੀ ਜੀ। ਤੇ ਪਰ ਨਾਲੋਂ ਨਾਲ ਜਿਹੜਾ ਹੈ, ਜਿਹੜੀਆਂ ਸਾਡੀਆਂ ਹੁਕਮਰਾਨ ਪਾਰਟੀਆਂ ਹੁੰਦੀਆਂ, ਜਿਵੇਂ ਅਸੀਂ 2012 'ਚ ਅਕਾਲੀ ਦਲ ਦਾ ਹੰਕਾਰ ਦੇਖਿਆ, 2017 ਤੋਂ ਬਾਅਦ ਕਾਂਗਰਸੀਆਂ ਦਾ ਘਮੰਡ ਦੇਖਿਆ, ਤੇ ਹੁਣ ਥੋੜ੍ਹਾ ਅਸੀਂ ਜਿਹੜਾ ਉਹ ਇਹਨਾਂ 'ਚ ਵੀ ਦੇਖ ਰਹੇ ਹਾਂ ਵੀ ਜਿਹੜਾ ਸੱਤਾ ਜਦੋਂ ਜ਼ਿਆਦਾ ਸੀਟਾਂ ਆ ਜਾਂਦੀਆਂ ਨੇ, ਉਹ ਟੇਕਨ ਫਾਰ ਗਰੰਟਡ, ਜਿਹੜਾ ਲੋਕਾਂ ਨੂੰ ਇਹ ਲੱਗਦਾ ਵੀ ਲੋਕ ਸਾਡੀ ਜੇਬ 'ਚ ਹੀ ਨੇ, ਲੋਕ ਸਾਡੇ ਹਰ ਫੈਸਲੇ 'ਤੇ ਫੁੱਲ ਚੜਾਉਂਦੇ ਨੇ, ਲੋਕ ਸਾਡੇ ਨਾਲ ਹੀ ਹੁੰਦੇ ਨੇਗੇ। ਉਸ ਤਰ੍ਹਾਂ ਦਾ ਜਿਹੜਾ ਐਟੀਟਿਊਡ ਹੈ, ਜਿਹੜਾ ਸਰਕਾਰਾਂ ਨੂੰ ਨਹੀਂ ਅਪਣਾਉਣਾ ਚਾਹੀਦਾ। ਤੇ ਕਿਉਂਕਿ ਜੇ ਲੋਕ ਕੁਰਸੀ ਤੇ ਬਿਠਾਉਂਦੇ ਨੇ ਤਾਂ ਲੋਕ ਕੁਰਸੀ ਖੋਣਾ ਵੀ ਜਾਣਦੇ ਨੇ। ਜੀ ਦਵਿੰਦਰ ਜੀ, ਤੁਸੀਂ ਜ਼ਿਕਰ ਕਰਿਆ ਸੀ ਕਿ ਵਿਜੀਲੈਂਸ ਵੱਲੋਂ ਲਗਾਤਾਰ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ, ਤੇ ਪਿਛਲੇ ਸਮੇਂ ਦੌਰਾਨ ਸਭ ਦੇ ਸਾਹਮਣੇ ਹੀ ਹੈ ਵੀ ਕਿ ਭ੍ਰਿਸ਼ਟਾਚਾਰ ਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬੋਲਬਾਲਾ ਰਿਹਾ ਹੈ, ਤੇ ਹੁਣ ਕਾਰਵਾਈਆਂ ਹੋ ਵੀ ਰਹੀਆਂ। ਤੇ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਕਿ ਪੰਜਾਬ ਦੇ 40 ਦੇ ਕਰੀਬ ਸਾਬਕਾ ਵਿਧਾਇਕਾਂ ਦੇ ਖਿਲਾਫ ਜਿਹੜਾ ਵਿਜੀਲੈਂਸ ਕਾਰਵਾਈ ਕਰਨ ਜਾ ਰਹੀ ਹੈ, ਜਾਂ ਐਂ ਕਹਿ ਲਈਏ 40 ਵਿਧਾਇਕ ਜਿਹੜੇ ਨੇ ਉਹ ਰਡਾਰ 'ਤੇ ਨੇ, ਵਿਜੀਲੈਂਸ ਦੀ ਕਿਸੇ ਵੀ ਸਮੇਂ ਕਾਰਵਾਈ ਹੋ ਸਕਦੀ ਹੈ। ਅਸੀਂ ਜਾਣਨਾ ਚਾਹਾਂਗੇ ਇਹ ਕੀ ਮਾਮਲਾ ਹੈ, ਜਾਂ ਉਹ ਕਿਹੜੇ ਵਿਧਾਇਕ ਜਿਹੜੇ ਹੈ ਕਿਸੇ ਦਾ ਨਾਮ ਸਾਹਮਣੇ ਆਇਆ ਹੋਵੇ। ਚਲੋ ਉਹ ਤਾਂ ਜਿਹੜਾ ਨਾਮ ਦੀ ਗੱਲ ਹੈ, ਜਿੱਥੋਂ ਤੱਕ ਉਹ ਤਾਂ ਵਿਜੀਲੈਂਸ ਵਾਲੇ ਜਦੋਂ ਕਾਰਵਾਈ ਕਰਨਗੇ ਨਾਮ ਸਭ ਦੇ ਸਾਹਮਣੇ ਆ ਜਾਣਗੇ। ਜਿਵੇਂ ਸਾਧੂ ਸਿੰਘ ਧਰਮਸੋਤ ਦਾ ਨਾਮ ਆਇਆ ਹੈਗਾ, ਸੰਗਤ ਸਿੰਘ ਗਿੱਲ ਜੀਆਂ ਦਾ ਨਾਮ ਆਇਆ ਹੈਗਾ। ਪਰ ਇਹ ਬੜੀ ਟ੍ਰੈਜਡੀ ਹੈ ਵੀ ਤੁਸੀਂ ਦੇਖੋ, ਖੁਰਾਕ ਤੇ ਸਪਲਾਈ ਵਿਭਾਗ ਦੇ ਵਿੱਚ ਜਿਸ ਤਰ੍ਹਾਂ ਇਹ ਸ਼ੱਕ ਕੀਤਾ ਜਾਂਦਾ ਵੀ ਹਰ ਮਸਲੇ 'ਚ ਘਪਲਾ ਹੋਇਆ। ਹਾਲਾਂਕਿ ਉੱਥੇ ਇੱਕ IAS ਅਫਸਰ ਜਿਹੜੇ ਸੀ, ਉਹਨਾਂ ਨੇ ਹਰ ਫਾਈਲ 'ਤੇ ਬਹੁਤ ਕਿੰਤੂ ਪਰੰਤੂ ਕੀਤਾ, ਗਲਤ ਕੰਮਾਂ ਨੂੰ ਰੋਕਣ ਲਈ ਕੋਸ਼ਿਸ਼ ਕੀਤੀ, ਪਰ ਲਾਚਾਰ ਰਹੇ। ਜੋ ਡਿਪਾਰਟਮੈਂਟ ਦੇ ਅਫਸਰ ਦੱਸਦੇ ਨੇ ਵੀ ਉਹ ਨਹੀਂ ਹੋ ਸਕਿਆ। ਉਹਦੇ ਵਿੱਚ ਘੱਟੋ ਘੱਟ ਕਹਿੰਦੇ ਵੀ 25-30 ਸਾਬਕਾ MLA, ਸਾਬਕਾ ਮੰਤਰੀ, ਹਲਕਾ ਇੰਚਾਰਜ, ਉਹ ਜਿਹੜੇ ਉਹਦੇ 'ਚ ਇਨਵੋਲਵ ਜਿਹੜੇ ਉਹ ਦੱਸੇ ਜਾਂਦੇ ਨੇ। ਬਾਕੀ ਵਿਜੀਲੈਂਸ ਨੇ ਇਨਕੁਆਇਰੀ ਜਿਹੜੀ ਆ ਉਹ SSP ਲੁਧਿਆਣਾ ਵਿਜੀਲੈਂਸ ਨੂੰ ਦਿੱਤੀ ਹੋਈ ਹੈ। ਮੈਨੂੰ ਲੱਗਦਾ ਆਉਣ ਦੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਹੋਊਗਾ। ਇਸੇ ਤਰ੍ਹਾਂ ਪੰਚਾਇਤ ਮਹਿਕਮੇ ਦੇ ਵਿੱਚ ਜਿਹੜਾ ਉਹ ਅੰਮ੍ਰਿਤਸਰ ਦੀ ਜ਼ਮੀਨ ਦਾ ਰੌਲਾ ਪੈਂਦਾ ਹੈਗਾ, ਟਰਾਂਸਪੋਰਟ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲਾਉਣ ਦਾ ਰੌਲਾ ਪੈ ਰਿਹਾ ਹੈ, ਸਿਹਤ ਮਹਿਕਮੇ ਦੇ ਵਿੱਚ ਖਰੀਦੋ ਫਰੋਖਤ ਦਾ ਰੌਲਾ ਕਿੰਨਾ ਪੈ ਰਿਹਾ ਚਰਚਾ, ਮਤਲਬ ਕੋਈ ਮਹਿਕਮਾ ਬਚਿਆ ਹੀ ਨਹੀਂ ਹੋਇਆ। ਬਾਕੀ ਇਹ ਗੌਰਮੈਂਟ ਦੀ ਵਿਲ ਪਾਵਰ 'ਤੇ ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਵੀ ਉਹ ਕਿੱਥੋਂ ਕੁ ਹੱਦ ਤੱਕ ਜਾਣਾ ਚਾਹੁੰਦੇ ਨੇ, ਜਾਂ ਉਹਨਾਂ ਮਹਿਕਮਿਆਂ ਨੂੰ ਵੀ ਹੱਥ ਪਾਉਣਗੇ। ਮਿਸਾਲ ਦੇ ਤੌਰ 'ਤੇ ਜਿਵੇਂ ਇੱਕ ਇਹ ਚਰਚਾ ਇਹ ਵੀ ਚੱਲਦੀ ਹੈ ਵੀ ਵਜੀਫਾ ਘੁਟਾਲੇ ਨੂੰ ਇਸ ਕਰਕੇ ਰੌਲਾ ਨਹੀਂ ਪਾਉਣਗੇ ਕਿਉਂਕਿ ਵਜੀਫਾ ਘੁਟਾਲੇ 'ਚ ਸ਼ਾਮਲ ਕਈ ਬੰਦੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ, ਬਿਲਕੁਲ ਚੰਗੇ ਅਹੁਦੇ ਵੀ ਮਿਲ ਗਏ। ਇਸੇ ਤਰ੍ਹਾਂ ਫਤਿਹ ਕਿੱਟ ਦਾ ਰੌਲਾ ਜਿਹੜਾ ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ ਸੀ, ਫਤਿਹ ਕਿੱਟ ਵਾਲੇ ਵੀ ਕਹਿੰਦੇ ਵੀ ਹੁਣ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਕਿ ਸ਼ਾਇਦ ਫਤਿਹ ਕਿੱਟ ਵੀ ਜਿਹੜੀ ਹੈ ਉਹ ਕਾਂਗਰਸ ਵੇਲੇ ਜਿਹੜੀ ਖਰੀਦੀ ਸੀ ਉਹ ਹੁਣ ਪਾਰਦਰਸ਼ੀ ਲੱਗਣ ਲੱਗ ਜੇ ਸਰਕਾਰ ਨੂੰ। ਅਤੇ ਵਜੀਫਾ ਵੀ ਜਿਹੜਾ ਵੰਡਿਆ ਉਹ ਸਾਧੂ ਸਿੰਘ ਦੇ 'ਤੇ ਦੋਸ਼ ਉਹਦੀ ਸਰਕਾਰ ਨੇ ਤਾਂ ਲਾਤੇ ਸੀ, ਕਲੀਨ ਚਿੱਟ ਵੀ ਦਿੱਤੀ ਸੀ। ਇਹਨਾਂ ਨੇ ਰੌਲਾ ਪਾਇਆ ਸੀ, ਧਰਨੇ ਮੁਜ਼ਾਹਰੇ ਕੀਤੇ ਸੀ, ਸਾਰੇ ਪੰਜਾਬ ਦੇ ਵਿੱਚ ਬੜਾ ਹੋ ਹੱਲਾ ਮਚਾਇਆ ਸੀ। ਹਰਪਾਲ ਚੀਮਾ ਦੀ ਅਗਵਾਈ ਦੇ ਵਿੱਚ ਸਾਰੀ ਪਾਰਟੀ ਨੇ, ਭਗਵੰਤ ਮਾਨ ਦੀ ਅਗਵਾਈ ਦੇ ਵਿੱਚ। ਉਹ ਹੁਣ ਦੇਖਦੇ ਵੀ ਵਜੀਫਾ ਜਿਹੜਾ ਵੰਡਿਆ ਸੀ ਉਹ ਪਾਰਦਰਸ਼ੀ ਢੰਗ ਨਾਲ ਵੰਡਿਆ ਗਿਆ ਸੀ ਜਾਂ ਉਹਦੇ 'ਚ ਵੀ ਹੁਣ ਨੁਕਸ ਜਿਹੜੇ ਪਹਿਲਾਂ ਦਿਸਦੇ ਸੀ ਆਮ ਆਦਮੀ ਪਾਰਟੀ ਨੂੰ ਉਸ ਤਰ੍ਹਾਂ ਦੇ ਨੁਕਸ ਦਿਖਾਈ ਦੇਣਗੇ। ਜੀ ਦਵਿੰਦਰ ਜੀ, ਤੁਸੀਂ ਜ਼ਿਕਰ ਕਰਿਆ ਫੂਡ ਤੇ ਸਪਲਾਈ ਵਿਭਾਗ ਦਾ ਵਿੱਚ ਘੁਟਾਲੇ ਦਾ, ਪੰਚਾਇਤ ਵਿਭਾਗ ਦੇ ਵਿੱਚ ਘੁਟਾਲੇ ਦਾ। ਇਸ ਤੋਂ ਇਲਾਵਾ ਵੀ ਗੱਲ ਕਰੀਏ, ਜੰਗਲਾਤ ਵਿਭਾਗ ਦੇ ਵਿੱਚ ਘੁਟਾਲਾ ਸਾਹਮਣੇ ਆਇਆ, ਇਰੀਗੇਸ਼ਨ ਸਕੈਮ ਆਇਆ, ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਹੈਗਾ ਕਈ ਤਰ੍ਹਾਂ ਦੇ ਘੁਟਾਲੇ ਦੇਖਣ ਨੂੰ ਮਿਲੇ ਨੇ, ਚਰਚਾਵਾਂ ਸੁਣ ਰਹੇ ਹਨ। ਪਰ ਹੁਣ ਤੱਕ ਸਾਰੇ ਹੀ ਘੁਟਾਲਿਆਂ ਦੇ ਵਿੱਚ ਸਾਬਕਾ ਵਿਧਾਇਕਾਂ ਦੇ ਨਾਮ ਆ ਰਹੇ ਨੇ, ਸਾਬਕਾ ਮੰਤਰੀਆਂ ਦੇ ਨਾਮ ਆ ਰਹੇ ਨੇ, ਪਰ ਹੁਣ ਤੱਕ ਕਿਸੇ ਵੀ IAS ਅਧਿਕਾਰੀ ਦਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਆਇਆ ਕਿ ਕੋਈ ਵੀ ਘੁਟਾਲਾ ਜਿਹੜਾ ਹੈਗਾ ਕਿਸੇ ਅਧਿਕਾਰੀ ਜਾਂ ਕਿਸੇ ਅਫਸਰ ਦੀ ਮਿਲੀ ਭੁਗਤ ਤੋਂ ਬਗੈਰ ਸਿਰੇ ਚੜ੍ਹ ਸਕਦਾ। ਇਹ ਬਹੁਤ ਅਣਹੋਣੀ 'ਤੇ ਆਪਾਂ ਗੱਲ ਕਰ ਸਕਦੇ ਹਾਂ ਵੀ ਕਿਉਂਕਿ ਫਾਈਲਾਂ ਜਿਹੜੀਆਂ ਉਹ ਅਫਸਰਾਂ ਦੇ ਰਾਹੀਂ ਜਾਣੀਆਂ ਹੁੰਦੀਆਂ ਨੇ,
ਤੇ ਜੇ ਅਫਸਰ ਉਸ ਫਾਈਲ ਤੇ ਸਾਈਨ ਕਰਦੇ ਨੇ, ਅਫਸਰ ਉਸ ਮੁੱਦੇ ਨੂੰ ਕਲੀਅਰ ਕਰਦੇ ਨੇ ਜਿਹਦੇ 'ਚ ਰਾਜਨੀਤਿਕ ਬੰਦਿਆਂ ਦੇ ਘਪਲੇ ਕਰਨ ਦੇ ਦੋਸ਼ ਲੱਗਦੇ ਨੇ ਜਾਂ ਪੈਸੇ ਬਣਾਉਣ ਦੇ ਦੋਸ਼ ਲੱਗਦੇ ਨੇ, ਤਾਂ ਉਹ ਅਫਸਰ ਕਿਵੇਂ ਬਰੀ ਹੋ ਜਾਂਦੇ ਨੇਗੇ। ਜਿਵੇਂ ਹੁਣ ਖੁਰਾਕ ਤੇ ਸਪਲਾਈ ਵਿਭਾਗ ਦੇ ਵਿੱਚ ਜੋ ਘੁਟਾਲੇ ਹੋਏ ਨੇ, ਉਹਦੇ ਵਿੱਚ 2 IAS ਅਫਸਰਾਂ ਦਾ ਨਾਂ ਜਿਹੜਾ ਉਹ ਬੋਲਦਾ ਹੈ। ਹੁਣ ਸਰਕਾਰ ਕਾਰਵਾਈ ਕਰਦੀ ਹੈ ਨਹੀਂ ਕਰਦੀ, ਉਹ ਅਗਲੀ ਗੱਲ ਹੈ। ਹਾਲਾਂਕਿ ਇਹ ਵੀ ਪਤਾ ਲੱਗੇ ਵੀ ਉਹ ਸਰਕਾਰ ਦੇ ਚਹੇਤੇ ਬਣੇ ਵੀ ਨੇ ਮੌਜੂਦਾ ਸਰਕਾਰ ਦੇ, ਫਿਰ ਇਸ ਲਈ ਲੱਗਦਾ ਹੈ ਕਿ ਪਤਾ ਨਹੀਂ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਈ ਵਾਰੀ ਹੋ ਜਾਂਦਾ ਹੈਗਾ। ਹੁਣ ਇਰੀਗੇਸ਼ਨ ਸਕੈਮ ਦੇ ਵਿੱਚ 3 ਅਫਸਰਾਂ ਦੀ ਭੂਮਿਕਾ 'ਤੇ ਸਵਾਲ ਉੱਠਿਆ। ਗੁਰਿੰਦਰ ਸਿੰਘ ਪਾਪਾ ਨਾਂ ਦਾ ਜਿਹੜਾ ਠੇਕੇਦਾਰ ਸੀ, ਉਹਨੇ 3 ਦੇ ਨਾਂ ਦੱਸੇ ਵੀ ਮੈਂ ਕਰੋੜਾਂ ਰੁਪਏ ਦਿੱਤੇ ਹੈ, ਕੋਈ ਕਾਰਵਾਈ ਨਹੀਂ। ਸੁਰਿੰਦਰ ਸਿੰਘ ਪਹਿਲਵਾਨ ਫੜਿਆ, ਜਿਹੜਾ ਮੰਡੀ ਬੋਰਡ ਦਾ ਇੰਜੀਨੀਅਰ ਸੀ, ਚੱਕ ਕੇ ਗਮਾਡਾ ਪੂਡਾ ਸਾਰੇ ਥਾਂ ਫਿੱਟ ਕੀਤਾ ਹੋਇਆ ਸਰਕਾਰ ਨੇ। ਉਹਨੂੰ ਦੇਖੋ, ਰਾਜਨੀਤਿਕ ਬੰਦਾ ਤਾਂ ਕੋਈ ਪੋਜੀਸ਼ਨ ਦਿੰਦਾ ਨਹੀਂ, ਜਿਹਨੂੰ ਪੋਜੀਸ਼ਨ ਦਿੱਤੀ ਤਾਂ IAS ਅਫਸਰ ਨੇ ਦਿੱਤੀ, ਤੇ ਉਸ IAS ਅਫਸਰ ਨੇ ਕਿਉਂ ਫਾਈਲਾਂ ਕਲੀਅਰ ਕੀਤੀਆਂ? ਉਹ ਇਸ ਗੌਰਮੈਂਟ ਨੇ ਉਸੇ IAS ਅਫਸਰ ਨੂੰ ਚੰਗੀ ਪੋਜੀਸ਼ਨ ਦਿੱਤੀ। ਤਾਂ ਪੁੱਛਿਆ ਗਿਆ ਮੁੱਖ ਮੰਤਰੀ ਦਫ਼ਤਰ ਤੋਂ ਵੀ ਇਹ ਉਹੀ ਹੈ ਜਿਹੜੀ ਸੁਰਿੰਦਰ ਭਲਵਾਨ ਨੂੰ ਪ੍ਰਮੋਟ ਕੀਤਾ? ਉਹ ਕਹਿੰਦੇ ਜੀ ਉਹ ਤਾਂ ਪੁਰਾਣੀ ਗੌਰਮੈਂਟ ਦੇ ਕਹਿਣ 'ਤੇ ਕੀਤਾ ਸੀ। ਇਹਦਾ ਮਤਲਬ ਇੰਨੇ ਕੰਪਰੋਮਾਈਜ਼ ਜੇ ਅਫਸਰ ਹੋ ਜਾਂਦੇ ਨੇ, ਇਹਨੂੰ ਅੱਛੀਆਂ ਪੋਜੀਸ਼ਨਾਂ ਦਿੰਦੇ ਹੋ ਤਾਂ ਹੁਣ ਫਿਰ ਇਹਦਾ ਮਤਲਬ ਜੋ ਮਰਜ਼ੀ ਗਲਤ ਕੰਮ ਕਰਾ ਲਓ। ਹੁਣ ਤੁਸੀਂ ਦੇਖੋ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਕਿੰਨੇ ਹੀ ਮੰਤਰੀ ਫੜ ਕੇ ਜਿਹੜੇ ਉਹਨਾਂ 'ਤੇ ਪਰਚੇ ਦਿੱਤੇ, ਅੰਦਰ ਵੀ ਦਿੱਤੇ। ਸਾਬਕਾ ਮੁੱਖ ਮੰਤਰੀ ਜਿਹੜੇ ਉਸ ਵੇਲੇ ਦੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਉਹ 'ਤੇ ਵੀ ਪਰਚੇ ਦਰਜ ਹੋਏ। ਜਦੋਂ ਅਕਾਲੀਆਂ ਦੀ ਸਰਕਾਰ ਆਈ, ਕੈਪਟਨ ਅਮਰਿੰਦਰ ਸਿੰਘ 'ਤੇ ਹੋਏ। ਕੀ ਸਾਰੇ ਅਫਸਰ ਦੁੱਧ ਧੋਤੇ ਨੇ? ਹੁਣ ਇਹਦੇ ਨਾਲ ਜੁੜਾ ਇੱਕ ਸਵਾਲ ਹੋਰ ਹੈ ਅਸਲ 'ਚ ਕੀ ਹੈ ਵੀ ਇਹ ਨੈਕਸਸ ਹੈ। ਅਫਸਰਸ਼ਾਹੀ ਅਤੇ ਸਿਆਸਤਦਾਨ ਰਲ ਕੇ ਕਰਪਸ਼ਨ ਕਰਦੇ ਨੇ। ਸਿਆਸਤਦਾਨ ਜਿਹੜਾ ਪੈਸਾ ਸਰਕਾਰ ਤੋਂ ਵੱਟਦੇ ਨੇ, ਜੇ ਘਪਲੇ ਕਰਦੇ ਨੇ, ਹੋਰ ਕਰਦੇ ਨੇ, ਉਹ 5 ਸਾਲਾਂ ਬਾਅਦ ਲੋਕਾਂ 'ਚ ਵੋਟਾਂ ਖਰੀਦਣ 'ਤੇ, ਸ਼ਰਾਬ ਵੰਡਣ 'ਤੇ, ਹੋਰ ਹਰ ਤਰ੍ਹਾਂ ਦਾ ਜਿਹੜਾ ਪ੍ਰਭਾਵਿਤ ਕਰਨ 'ਤੇ ਖਰਚਦੇ ਨੇ। ਅਫਸਰ ਚੁੱਪ ਕਰਕੇ ਚੰਡੀਗੜ੍ਹ ਦੇ ਨੇੜੇ ਫਾਰਮ ਹਾਊਸ ਖਰੀਦਦੇ ਨੇ, ਵਧੀਆ ਕੋਠੀਆਂ ਖਰੀਦਦੇ ਨੇ। ਇਸ ਵੇਲੇ ਜਿਹੜੀ ਚਰਚਾ ਸੁਣਦੇ ਆ ਅਮਰੀਕਾ ਕੈਨੇਡਾ ਦੇ ਵਿੱਚ ਇਨਵੈਸਟਮੈਂਟ, ਇੱਕ ਪੁਲਿਸ ਅਫਸਰ ਦਾ ਸੈਨ ਫਰਾਂਸਿਸਕੋ ਦੇ ਵਿੱਚ ਹੋਟਲ ਦੇ ਵਿੱਚ ਹਿੱਸੇ, ਮਤਲਬ ਇਸ ਤਰ੍ਹਾਂ ਦੀ ਜਿਹੜੀ ਚਰਚਾ ਚੱਲਦੀ ਰਹਿੰਦੀ ਹੈ ਵੀ ਤੁਸੀਂ ਹੈਰਾਨ ਰਹਿ ਜਾਓਗੇ ਵੀ ਜਿਹੜਾ ਬੰਦਾ ਜਿਹਨੂੰ ਸਰਵਿਸ 'ਚ ਆਉਂਦਾ ਹੈ, ਉਹਦੀ ITR ਹੀ ਦੇਖ ਲੈਣ ਸਾਲਾਨਾ ਜਿਹੜੇ ਰਿਟਰਨ, ਅਤੇ ਉਦੋਂ ਬਾਅਦ ਰਿਟਾਇਰ ਹੋਣ ਵੇਲੇ ਤੱਕ ਉਹ ਕਿਵੇਂ ਕਰੋੜਾਂ ਰੁਪਏ ਦਾ ਕਾਰੋਬਾਰ ਤੱਕ ਪਹੁੰਚ ਜਾਂਦੀ ਹੈਗੀ। ਅਤੇ ਇਹ ਜਿਹੜਾ ਇੱਕ ਬਹੁਤ ਵੱਡਾ ਗੁੰਝਲਦਾਰ ਮਸਲਾ ਹੈ ਵੀ ਸਿਆਸਤਦਾਨ ਅਤੇ ਅਫਸਰ ਰਲ ਕੇ ਘਪਲੇ ਕਰਦੇ ਨੇ। ਸਿਆਸਤਦਾਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਅਤੇ ਅਫਸਰ ਬਹੁਤ ਘੱਟ ਜਿਹੜੇ ਹੈ ਉਹ ਕੋਈ ਰੇਅਰ ਤੋਂ ਰੇਅਰੈਸਟ ਹੀ ਜਿਹੜਾ ਉਹ ਲਪੇਟੇ 'ਚ ਆਉਂਦਾ, ਕਿਉਂਕਿ ਅਸਲ 'ਚ ਕੀ ਹੈ, ਕਾਰਵਾਈ ਵੀ ਅਫਸਰਾਂ ਨੇ ਕਰਨੀ ਹੁੰਦੀ ਹੈ। ਅਤੇ ਉਹ ਅਫਸਰਾਂ ਨੂੰ ਜਿਹੜਾ ਉਹ ਬਚਾਉਣ ਲਈ ਉਸ ਤਰ੍ਹਾਂ ਦੇ ਲੂਪਹੋਲ ਵੀ ਛੱਡੇ ਜਾਂਦੇ ਨੇ, ਉਸ ਤਰ੍ਹਾਂ ਦੇ ਜਿਹੜਾ ਉਹ ਢੰਗ ਤਰੀਕੇ ਵੀ ਵਰਤੇ ਜਾਂਦੇ ਨੇ ਵੀ ਘੱਟੋ ਘੱਟ ਮਸੇਰੇ ਭਾਈ ਨੇ ਜਿਹੜੇ, ਕਿਉਂਕਿ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ, ਦੂਜੇ ਪਾਸੇ ਜਿਹੜੇ ਮਸੇਰੇ ਭਾਈ ਨੇ IAS, ਉਹ ਘੱਟੋ ਘੱਟ ਉਹਨਾਂ 'ਤੇ ਕੋਈ ਕਾਰਵਾਈ ਨਾ ਹੋਵੇ, ਐਕਸ਼ਨ ਨਾ ਹੋਵੇ। ਦਵਿੰਦਰ ਜੀ, ਤੁਸੀਂ ਜ਼ਿਕਰ ਕਰਕੇ ਹਟੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵੀ ਕੇਸ ਦਰਜ ਹੋਏ, ਪ੍ਰਕਾਸ਼ ਸਿੰਘ ਬਾਦਲ ਵੀ, ਹੋਰ ਵੀ ਕਈ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਚਾਹੇ ਭ੍ਰਿਸ਼ਟਾਚਾਰ ਦੇ ਜਾਂ ਹੋਰ ਵੱਖ-ਵੱਖ ਦੋਸ਼ਾਂ 'ਤੇ ਜਿਹੜੇ ਹੈਗੇ ਕੇਸ ਦਰਜ ਕੀਤੇ ਗਏ, ਪਰ ਅੱਜ ਤੱਕ ਕਿਸੇ ਵੀ ਮੰਤਰੀ ਨੂੰ ਸਜ਼ਾ ਨਹੀਂ ਹੋ ਸਕੀ। ਹੁਣ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਵੀ ਆਪਣੇ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਕਾਰਵਾਈ ਕੀਤੀ ਹੋਈ ਹੈ। ਤੁਹਾਨੂੰ ਲੱਗਦਾ ਹੈ ਵੀ ਕਿ ਜਿਹੜੀ ਰੀਤ ਹੁਣ ਤੱਕ ਚੱਲਦੀ ਆ ਰਹੀ ਹੈ ਕਿ ਕਿਸੇ ਸਿਆਸੀ ਆਗੂ ਨੂੰ ਸਜ਼ਾ ਨਹੀਂ ਹੋਈ, ਵੀ ਕਿ ਭਵਿੱਖ ਦੇ ਵਿੱਚ ਕਿਸੇ ਸਿਆਸੀ ਆਗੂ ਖਿਲਾਫ ਦੋਸ਼ ਸਾਬਤ ਹੋਣਗੇ ਜਾਂ ਸਜ਼ਾ ਮਿਲ ਸਕੇਗੀ, ਕੁਝ ਉਮੀਦ ਦਿਖਾਈ ਦੇ ਰਹੀ ਹੈ? ਦੇਖੋ, ਸਾਡੇ ਗੁਆਂਢੀ ਸੂਬੇ 'ਚ ਤਾਂ ਮਿਸਾਲ ਇਹ ਕਾਇਮ ਹੋਈ ਹੈ ਜਿਹੜੀ ਓਮ ਪ੍ਰਕਾਸ਼ ਚੌਟਾਲਾ ਨੂੰ 2 ਵਾਰ ਸਜ਼ਾ ਹੋਈ ਹੈ। ਪੰਜਾਬ ਦੇ ਵਿੱਚ ਰੇਅਰੈਸਟ ਕੇਸ ਹੋਇਆ ਹੈ, ਜੇ ਹੇਠਲੀ ਅਦਾਲਤ ਨੇ ਸਜ਼ਾ ਕਰਤੀ ਤਾਂ ਹਾਈ ਕੋਰਟ ਜਾਂ ਕਿਤੋਂ ਹੋਰ ਬੰਦੇ ਨੂੰ ਰਿਲੀਫ ਮਿਲ ਜਾਂਦੀ ਹੈ। ਇਹਦਾ ਮਤਲਬ ਸਾਡੇ ਜਿਹੜੇ ਇਨਵੈਸਟੀਗੇਟਿਵ ਏਜੰਸੀ ਹੈ, ਪੁਲਿਸ ਅਤੇ ਵਿਜੀਲੈਂਸ, ਜਾਂ ਤਾਂ ਉਹਦੇ ਵੱਲੋਂ ਲੂਪਹੋਲ ਛੱਡੇ ਜਾਂਦੇ ਨੇ, ਜਾਂ ਜਿਹੜੀ ਸਮੇਂ ਦੀ ਸਰਕਾਰ ਹੁੰਦੀ ਹੈ ਉਹਦੇ ਵੱਲੋਂ ਸਹੀ ਢੰਗ ਨਾਲ ਕੇਸ ਲੜਿਆ ਨਹੀਂ ਜਾਂਦਾ, ਤਾਂ ਉਹ ਬੰਦੇ ਨੂੰ ਜਿਹੜੀ ਹੈ ਉਹ ਉਸ ਤਰ੍ਹਾਂ ਦਾ ਲਾਭ ਜਿਹੜਾ ਉਹ ਮਿਲਦਾ ਹੈ। ਜਿਹੜੀ ਗੱਲ ਕੀਤੀ ਤੁਸੀਂ ਹੁਣ ਸਰਕਾਰ ਕਰੂਗੀ, ਇਸ ਲਈ ਹਜੇ ਤਾਂ ਸਰਕਾਰ ਨੇ ਪਰਚੇ ਦਰਜ ਕਰਨੇ ਸ਼ੁਰੂ ਕੀਤੇ ਨੇ। ਇਹਨਾਂ ਦੀ ਕਾਰਗੁਜ਼ਾਰੀ ਤਾਂ ਜਦੋਂ ਅਦਾਲਤਾਂ ਦੇ ਫੈਸਲੇ ਆਉਣ ਲੱਗਣਗੇ, ਚਲਾਨ ਪੇਸ਼ ਹੋਣਗੇ ਕੋਰਟਾਂ 'ਚ, ਉਦੋਂ ਦੇਖੀ ਜਾਊਗਾ। ਅਸਲ 'ਚ ਉਦੋਂ ਪਤਾ ਲੱਗੂ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਨੇ, ਜਾਂ ਸਿਰਫ ਦਬਕਾ ਮਾਰਨ ਲਈ, ਜਾਂ ਖਾਨਾ ਪੂਰਤੀ ਲਈ, ਜਾਂ ਲੋਕਾਂ ਨੂੰ ਖੁਸ਼ ਕਰਨ ਲਈ, ਵੋਟਾਂ ਬਟੋਰਨ ਲਈ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ। ਦਵਿੰਦਰ ਜੀ, ਇਹ ਤਾਂ ਅਸੀਂ ਵਿਜੀਲੈਂਸ ਦੀ ਕਾਰਵਾਈ ਦੀ ਗੱਲ, ਪਰ ਇਸ ਦੇ ਨਾਲ ਹੀ ਅਸੀਂ ਗੱਲ ਕਰੀਏ ਤਾਂ ਅੱਜ ਦੇਸ਼ ਭਰ ਦੇ ਵਿੱਚ ਥਾਂ 'ਤੇ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ, ਰੋਸ ਪ੍ਰਦਰਸ਼ਨ ਹੋ ਰਹੇ ਨੇ। ਈਵਨ ਕਿ ਰੇਲ ਗੱਡੀ ਤੱਕ ਜਿਹੜੀ ਹੈ ਸਾੜਨ ਦੀ ਗੱਲ ਸਾਹਮਣੇ ਆ ਰਹੀ ਹੈ, ਪੁਲਿਸ ਦੀ ਗੱਡੀਆਂ ਸਾੜ ਦਿੱਤੀਆਂ ਗਈਆਂ। ਇਹ ਸਾਰਾ ਵਿਰੋਧ ਜਿਹੜਾ ਹੈ ਅਗਨੀਪਥ ਜਿਹੜੀ ਸਕੀਮ ਐਲਾਨੀ ਹੈ ਸੈਂਟਰ ਗੌਰਮੈਂਟ ਨੇ, ਉਹਦੇ ਵਿਰੋਧ 'ਚ ਹੋ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹ ਸਕੀਮ ਕੀ ਹੈ ਅਤੇ ਇਹਦਾ ਵਿਰੋਧ ਜਿਹੜਾ ਹੈਗਾ ਨੌਜਵਾਨ ਕਿਉਂ ਕਰ ਰਹੇ ਨੇ?
ਦੇਖੋ, ਭਾਰਤ ਸਰਕਾਰ ਨੇ ਤਿੰਨਾਂ ਸੈਨਾਵਾਂ ਦੇ ਵਿੱਚ 4 ਸਾਲ ਲਈ ਜਵਾਨਾਂ ਦੀ ਭਰਤੀ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਤਰ੍ਹਾਂ ਨਾਲ 11 ਲੱਖ ਰੁਪਇਆ ਦੇ ਕੇ ਘਰੀਂ ਤੋਰਨ ਦਾ ਇੱਕ ਸਕੀਮ ਸ਼ੁਰੂ ਕੀਤੀ ਹੈ, ਜਿਸ 'ਚੋਂ 25% ਜਿਹੜੇ ਆ ਉਹ ਰਿਟੇਨ ਕੀਤੇ ਜਾਣਗੇ, ਉਹ ਨੌਕਰੀ ਕੰਟੀਨਿਊ ਕਰਨਗੇ। ਬਾਕੀ ਜਿਹੜੇ ਆ 75% ਜਾਂ ਉਹ ਘਰੇ ਆ ਜਾਣਗੇ ਜਾਂ ਉਹ ਐਲੀਜੀਬਿਲਟੀ ਲੈ ਕੇ ਕਿਸੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਉਹਨਾਂ ਨੂੰ ਕਹਿੰਦੇ ਅਸੀਂ ਪ੍ਰਮੁੱਖਤਾ ਦੇਵਾਂਗੇ, ਉਹ ਭਰਤੀ ਹੋਣਗੇ। ਪਰ ਇਹਦੇ ਨਾਲ ਸਵਾਲ ਜਿਹੜਾ ਮਿਲਟਰੀ ਅਫਸਰਾਂ ਨੇ, ਜਿਹੜੇ ਸਾਬਕਾ ਮਿਲਟਰੀ ਅਫਸਰ ਨੇ, ਉਹਨਾਂ ਨੇ ਇਹੀ ਉਠਾਏ ਨੇ ਵੀ 6 ਮਹੀਨੇ ਦੀ ਟ੍ਰੇਨਿੰਗ ਹੈ, 3.5 ਸਾਲ ਰਹਿ ਗਏ। 6 ਮਹੀਨੇ ਪਹਿਲਾਂ ਬੰਦਾ ਦੇਖਣ ਲੱਗ ਜਾਂਦਾ ਵੀ ਮੇਰੀ ਰਿਟਾਇਰਮੈਂਟ ਨੇੜੇ ਹੈ। ਫਿਰ ਆਮ ਫੌਜੀ ਜਵਾਨ ਨੂੰ 2 ਮਹੀਨੇ ਦੀ ਛੁੱਟੀ ਹੁੰਦੀ ਹੈ, 1 ਮਹੀਨੇ ਦੀ ਕੈਜੂਅਲ ਹੁੰਦੀ ਹੈ, 3 ਮਹੀਨੇ ਦੀ ਛੁੱਟੀ ਹੁੰਦੀ ਹੈ। ਪਹਿਲੀ ਗੱਲ ਤਾਂ ਤੁਸੀਂ ਇਸ ਤਰ੍ਹਾਂ ਦੀ ਡਿਸਪੈਰਿਟੀ, ਭੇਦਭਾਵ ਕਿਵੇਂ ਕਰ ਸਕਦੇ ਹੋ ਵੀ ਉਹਨਾਂ ਨੂੰ ਛੁੱਟੀ ਜ਼ਿਆਦਾ, ਇਹਨਾਂ ਨੂੰ ਘੱਟ। ਜੇ 3 ਮਹੀਨਿਆਂ ਦੀ ਛੁੱਟੀ ਦਿੰਦੇ ਹੋ, 12 ਮਹੀਨਿਆਂ ਦੀਆਂ ਛੁੱਟੀਆਂ ਇਹ ਹੋ ਗਈਆਂ, 1 ਸਾਲ ਇਹ ਉਡਾ ਦਿਓ। ਪਰ ਇਸ ਤਰ੍ਹਾਂ ਨਾਲ ਜਿਹੜਾ ਇਹ ਫੇਰ ਜਿਹੜਾ ਮੰਨ ਲਓ 17.5 ਸਾਲ ਦੀ ਉਮਰ 'ਚ ਭਰਤੀ ਹੋ ਗਿਆ, 22-23 ਸਾਲ ਦੀ ਉਮਰ ਦੇ ਵਿੱਚ ਉਹਨੇ ਘਰੇ ਆ ਜਾਣਾ ਹੈ। ਉਹ 22-23 ਸਾਲ ਦੀ ਉਮਰ 'ਚ ਆ ਕੇ ਘਰੇ ਕਰੂਗੀ, ਜੇ ਉਹਨੂੰ ਅੱਗੇ ਕੋਈ ਵੀ ਨੌਕਰੀ ਨਹੀਂ ਮਿਲਦੀ ਤਾਂ ਉਹ ਹਤਾਸ਼ ਹੋਇਆ ਨੌਜਵਾਨ ਕੀ ਕਰੂ। ਫਿਰ ਇਹੋ ਜਿਹੇ ਮਾਹੌਲ 'ਚੋਂ ਜਿਹੜੇ ਅਸੀਂ ਲੰਘ ਰਹੇ ਹਾਂ ਵੀ ਗੈਂਗਸਟਰਸ ਨੇ, ਜਿਹੜਾ ਦੌਰ ਕ੍ਰਿਮੀਨਲ ਦਾ ਦੌਰ, ਵੀ ਜਿਹਨਾਂ ਨੂੰ ਸ਼ਾਰਪ ਸ਼ੂਟਰ ਚਾਹੀਦੇ ਨੇ, ਅਸੀਂ ਤਾਂ ਮਿਲਟਰੀ ਤੋਂ ਟ੍ਰੇਨਡ ਕਰਕੇ ਬੰਦੇ ਦੇ ਦਾਂਗੇ। ਇਸ ਲਈ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਹੈ ਹਰਿਆਣਾ ਦੇ ਵਿੱਚ, ਰਾਜਸਥਾਨ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਬਿਹਾਰ ਦੇ ਵਿੱਚ ਆ ਰਿਹਾ ਹੈ, ਸਰਕਾਰ ਨੂੰ ਤੋਂ ਮੰਗ ਕਰ ਰਹੇ ਨੇ ਸਾਰੇ ਵਰਗ ਨੇ ਜਿਹੜੇ ਵੀ ਇਹਦਾ ਰਿਵਿਊ ਹੋਣਾ ਚਾਹੀਦਾ ਹੈ, ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਸਾਰੇ ਪੱਖਾਂ ਤੋਂ। ਫਿਰ ਜਿਵੇਂ ਸਰਕਾਰ ਦਾਅਵਾ ਕਰਦੀ ਹੈ ਵੀ ਅਮਰੀਕਾ 'ਚ, ਇਜ਼ਰਾਈਲ 'ਚ ਹੈ ਵੀ ਕਿ ਉੱਥੇ ਕਾਮਯਾਬ ਹੈ, ਨਹੀਂ ਹੈ, ਅਤੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੇ ਸਾਬਕਾ ਫੌਜੀ ਅਫਸਰਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਸਾਹਮਣੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।